ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਣ ਕੇ ਭਾਗ ਦੂਜਾ। ਜ਼ਿੰਦਗੀ ਵੱਡੀਆਂ ਰੁਕਾਵਟਾਂ ਨੂੰ ਨਿੱਕੀਆਂ ਨਿੱਕੀਆਂ ਛਾਲਾਂ ਨਾਲ ਪਾਰ ਕਰਨ ਦਾ ਸਿਲਸਿਲਾ ਹੁੰਦੀ ਹੈ। ਇਸਤਰੀ ਨੂੰ ਨੀਵਾਂ ਵਿਖਾਉਣਾ ਨਾਨਕ ਦਾ ਅਪਮਾਨ ਹੈ। ਭਾਵੇਂ ਤੁਸੀਂ ਵਿਗਿਆਨੀ ਨਾ ਹੋਵੋ, ਪਰ ਜੇ ਤੁਹਾਡਾ ਦ੍ਰਿਸ਼ਟੀਕੋਣ ਵਿਗਿਆਨਕ ਹੈ ਤਾਂ ਤੁਸੀਂ ਆਧੁਨਿਕ ਹੋ। ਰੁਪਇਆ ਡਾਲਰਾਂ ਤੇ ਜਾਣ ਦਿੰਦਾ ਹੈ। ਜਿਉਣ ਜੋਗੇ ਪੁੱਤਰ ਹੀ ਹੁੰਦੇ ਹਨ, ਧੀਆਂ ਤਾਂ ਮਰ ਜਾਣੀਆਂ ਹੁੰਦੀਆਂ ਹਨ। ਗੁਰੂ ਜਾਣਦਾ ਸੀ ਹੱਥ ਜੋੜਿਆ ਹੱਕ ਨਹੀਂ ਮਿਲਣੇ, ਇਸੇ ਕਰਕੇ ਗੁਰੂ ਨੇ ਹਰ ਹੱਥ ਵਿੱਚ ਤਲਵਾਰ ਫੜਾ ਦਿੱਤੀ ਸੀ। ਜੀਵਨ ਨਾ ਸੋਗ ਹੈ ਨਾ ਜਸ਼ਨ, ਇਹ ਜੱਦੋ ਜਹਿਦ ਹੈ। ਪਿਆਰ ਵਿੱਚ ਜਿਹੜਾ ਹਾਰ ਮੰਨ ਲਵੇ ਉਹ ਜੇਤੂ ਹੁੰਦਾ ਹੈ। ਅਜੋਕੇ ਘਰਾਂ ਵਿੱਚ ਬਾਜ਼ਾਰ ਵੱਢਦੇ ਜਾ ਰਹੇ ਹਨ। ਚੁਬਾਰੇ ਦੀ ਖਿੜਕੀ ਵਿੱਚੋਂ ਵੇਖਿਆ ਭੈੜਾ ਮੌਸਮ ਅਸਲ ਨਾਲੋਂ ਵੱਧ ਭੈੜਾ ਅਤੇ ਚੰਗਾ ਮੌਸਮ ਅਸਲ ਨਾਲੋਂ ਵੱਧ ਚੰਗਾ ਲੱਗਦਾ ਹੈ। ਨਿਯਮਾਂ ਨਾਲ ਕਾਰਜ ਕਰਨ ਨਾਲ ਸਮਾਂ ਬਚਦਾ ਹੈ, ਕਿਉਂਕਿ ਕਾਰਜ ਇੱਕ ਵਾਰ ਕਰਨ ਨਾਲ ਹੀ ਹੋ ਜਾਂਦਾ ਹੈ। ਹਰ ਕਿਸੇ ਦੀਆਂ ਸ਼ਿਕਾਇਤਾਂ ਵੀ ਉਸ ਵਾਂਗ ਨਿਰਾਲੀਆਂ ਹੁੰਦੀਆਂ ਹਨ। ਅਦਾਕਾਰਾਂ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਪੱਖ ਉਹਨਾਂ ਦਾ ਚਿਹਰਾ ਹੁੰਦਾ ਹੈ। ਤਾਰਾ ਵਿਗਿਆਨੀ ਕਿਸੇ ਗ੍ਰਹਿ ਜਾਂ ਤਾਰੇ ਦੀ ਰਫ਼ਤਾਰ, ਦਿਸ਼ਾ ਆਦਿ ਦੱਸ ਸਕਦੇ ਹਨ, ਪਰ ਇੱਕ ਮੱਖੀ ਦੇ ਉੱਡਣ ਦੀ ਦਿਸ਼ਾ ਅਤੇ ਰਫ਼ਤਾਰ ਨਹੀਂ ਦੱਸ ਸਕਦੇ, ਕਿਉਂਕਿ ਗ੍ਰਹਿ ਅਤੇ ਤਾਰੇ ਨਿਸ਼ਚਿਤ ਤਰਤੀਬ ਵਿੱਚ ਬੰਨੇ ਹੋਏ ਹਨ, ਜਦੋਂ ਕਿ ਮੱਖੀ ਬੇਤਰਤੀਬੀ ਹੈ। ਕਿਸੇ ਇੱਕ ਘਟਨਾ ਦੇ ਆਧਾਰ ਤੇ ਕੋਈ ਨੇਮ ਨਹੀਂ ਬਣਾਇਆ ਜਾ ਸਕਦਾ। ਮਨੁੱਖੀ ਵਿਹਾਰ ਦੇ ਅਧਿਐਨ ਰਾਹੀਂ ਵਿਹਾਰ ਦੀ ਤਰਤੀਬ ਸਮਝ ਕੇ ਮਨੁੱਖੀ ਵਿਹਾਰ ਤੇ ਨਿਯੰਤਰਣ ਕੀਤਾ ਜਾਂਦਾ ਹੈ। ਕਿਸੇ ਪੁਰਸ਼ ਨੂੰ ਆਪਣੇ ਮੂਰਖ ਹੋਣ ਦਾ ਪਤਾ ਤਾਂ ਹੀ ਲੱਗਦਾ ਹੈ ਜੇ ਉਹ ਵਿਆਹਿਆ ਹੋਵੇ। ਅਨੇਕਾਂ ਹਨ ਜਿਹੜੇ ਸੋਚਦੇ ਜ਼ਰੂਰ ਹਨ, ਪਰ ਫੈਸਲਾ ਵੇਖੇ ਸੁਣੇ ਦੇ ਆਧਾਰ ਤੇ ਕਰਦੇ ਹਨ। ਰਿਸ਼ਤਾ ਕਰਨ ਸਮੇਂ ਅਕਸਰ ਇਵੇਂ ਹੁੰਦਾ ਹੈ। ਜੇ ਕਿਸੇ ਚੀਜ਼ ਦੀਆਂ ਮਾਰਕੀਟ ਵਿੱਚ ਕਈ ਨਕਲਾਂ ਆ ਜਾਣ, ਉਹ ਅਸਲੀ ਰੂਪ ਨੂੰ ਵੀ ਬਦਨਾਮ ਕਰ ਦਿੰਦੀਆਂ ਹਨ। ਖਾਣਾ ਖਾਣ ਵੇਲੇ ਦੀ ਗੱਲਬਾਤ ਖਾਣੇ ਦਾ ਸਵਾਦ ਵਧਾਉਣ ਲਈ ਹੋਣੀ ਚਾਹੀਦੀ ਹੈ, ਸਵਾਦ ਬਰਬਾਦ ਕਰਨ ਵਾਲੀ ਨਹੀਂ। ਫੋੜਿਆਂ, ਜ਼ਖਮਾਂ, ਬਿਮਾਰੀਆਂ, ਮੁਕੱਦਮਿਆਂ ਦੀਆਂ ਗੱਲਾਂ ਕਰਨੀਆਂ ਉਂਝ ਵੀ ਚੰਗਾ ਵਿਹਾਰ ਨਹੀਂ ਹੁੰਦੀਆਂ। ਖਾਣੇ ਦੌਰਾਨ ਅਜਿਹੀਆਂ ਗੱਲਾਂ ਜੁਰਮ ਹੁੰਦੀਆਂ ਹਨ। ਜੇ ਬਾਜ਼ਾਰ ਵਿੱਚ ਚੀਜ਼ਾਂ ਦੀ ਬਹੁਤ ਅਧਿਕ ਵੰਨ ਸੁਵੰਨਤਾ ਹੋਵੇਗੀ ਤਾਂ ਗਲਤ ਚੀਜ਼ਾਂ ਵਧੇਰੇ ਖਰੀਦੀਆਂ ਜਾਣਗੀਆਂ। ਜੇ ਹਿੰਮਤ ਹੋਵੇ ਤਾਂ ਪੰਛੀ ਪਿੰਜਰੇ ਸਮੇਤ ਉੱਡ ਜਾਂਦਾ ਹੈ। ਕਿਸੇ ਬਾਰੇ ਸਭ ਤੋਂ ਵਧੇਰੇ ਸੂਚਨਾ ਉਸਦੇ ਚਿਹਰੇ ਤੋਂ ਮਿਲਦੀ ਹੈ, ਕਿਉਂਕਿ ਚਿਹਰਾ ਹਰੇਕ ਪ੍ਰਭਾਵ ਨੂੰ ਦਰਜ ਕਰਦਾ ਅਤੇ ਪ੍ਰਗਟਾਉਂਦਾ ਹੈ। ਉਤੇਜਿਤ ਵਿਅਕਤੀ ਸੋਚ ਨਹੀਂ ਸਕਦਾ ਅਤੇ ਡਰਿਆ ਹੋਇਆ ਵਿਅਕਤੀ ਗਲਤੀਆਂ ਹੀ ਕਰ ਸਕਦਾ ਹੈ। ਬੱਚਿਆਂ ਨੂੰ ਅਮੀਰ ਹੋਣ ਦੇ ਫਾਰਮੂਲੇ ਸਿਖਾਉਣ ਦੀ ਥਾਂ ਪ੍ਰਸੰਨ ਹੋਣ ਦੇ ਗੁਰ ਸਿਖਾਓ। ਇਹ ਵੱਡੇ ਹੋ ਕੇ ਚੀਜ਼ਾਂ ਦੀਆਂ ਕੀਮਤਾਂ ਵੱਲ ਨਹੀਂ, ਮਿਲਣ ਵਾਲੀ ਪ੍ਰਸੰਨਤਾ ਵੱਲ ਧਿਆਨ ਦੇਣਗੇ। ਜਿਹੜਾ ਤੁਹਾਨੂੰ ਪਿਆਰ ਕਰਦਾ ਹੈ ਉਹ ਤੁਹਾਨੂੰ ਕਦੇ ਤਿਆਗੇਗਾ ਨਹੀਂ। ਭਾਵੇਂ ਤੁਹਾਨੂੰ ਛੱਡਣ ਦੇ 100 ਕਾਰਨ ਹੋਣ, ਉਹ ਤੁਹਾਨੂੰ ਪਿਆਰ ਕਰਦੇ ਰਹਿਣ ਦਾ ਕੋਈ ਇੱਕ ਕਾਰਨ ਜ਼ਰੂਰ ਲੱਭ ਲਵੇਗਾ। ਜੰਮਣ ਵੇਲੇ ਪਿਆਰ ਮਿਲਿਆ ਸੀ, ਮਰਨ ਵੇਲੇ ਸਤਿਕਾਰ ਮਿਲੇਗਾ। ਵਿਚਕਾਰਲੇ ਸਮੇਂ ਦੌਰਾਨ ਪਿਆਰ ਅਤੇ ਸਤਿਕਾਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਤੁਹਾਡੀ ਹੈ। ਕਈ ਗੋਰੇ ਰੰਗ ਕਰਕੇ, ਕਈ ਲੰਮੇ ਕੱਦ ਕਰਕੇ, ਕਈ ਮਹਿੰਗੇ ਕੱਪੜਿਆਂ ਕਰਕੇ ਪ੍ਰਭਾਵਿਤ ਕਰਦੇ ਹਨ, ਪਰ ਇਹ ਉਹਨਾਂ ਦੇ ਬੋਲਣ ਨਾਲ ਸਿੱਧ ਹੁੰਦਾ ਹੈ ਕਿ ਉਹ ਪ੍ਰਭਾਵਸ਼ਾਲੀ ਹਨ ਕਿ ਨਹੀਂ।
ਜਿਹੜੇ ਅਲਾਰਮ ਵੱਜਣ 'ਤੇ ਵੀ ਨਹੀਂ ਉੱਠਦੇ, ਉਹਨਾਂ ਨੂੰ ਜ਼ਿੰਦਗੀ ਵਿੱਚ ਮਗਰੋਂ ਨੀਂਦਰ ਹੀ ਨਹੀਂ ਆਉਂਦੀ। ਜਦੋਂ ਕੋਈ ਚੋਰੀਆਂ ਕਰਨ ਵਾਲਾ ਨੌਕਰ ਮਾਲਕ ਬਣ ਜਾਂਦਾ ਹੈ ਤਾਂ ਉਹ ਆਪਣੇ ਨੌਕਰਾਂ 'ਤੇ ਇਤਬਾਰ ਨਹੀਂ ਕਰਦਾ, ਇਤਬਾਰ ਹੁੰਦਾ ਹੀ ਨਹੀਂ, ਜਿਸ ਕਾਰਨ ਉਹ ਵੱਡੀ ਦੁਕਾਨ ਜਾਂ ਵਪਾਰ ਦਾ ਮਾਲਕ ਨਹੀਂ ਬਣਦਾ। ਹਰ ਕੰਮ ਵਿੱਚ ਮੁਸ਼ਕਿਲ ਦੀ ਪੱਧਰ ਵੱਖਰੀ ਹੁੰਦੀ ਹੈ। ਇਸ ਪੱਧਰ ਉੱਤੇ ਉਸ ਕੰਮ ਦਾ ਮਹੱਤਵ ਉਸਰਿਆ ਹੁੰਦਾ ਹੈ। ਪੜ੍ਹਾਈ ਬਿਨਾਂ ਅਜੋਕੇ ਕਿਸੇ ਖੇਤਰ ਵਿੱਚ ਸਫਲ ਹੋਣਾ ਸੰਭਵ ਨਹੀਂ ਰਿਹਾ। ਕੋਈ ਵਿਸ਼ਾ ਉਦੋਂ ਵਧੇਰੇ ਉਪਯੋਗੀ ਅਤੇ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਉਹ ਰੁਜ਼ਗਾਰ ਦਾ ਆਧਾਰ ਬਣ ਜਾਂਦਾ ਹੈ। ਸਾਨੂੰ ਪ੍ਰਭਾਵਿਤ ਹਿੱਲਣ ਵਾਲੀ ਚੀਜ਼ ਵਧੇਰੇ ਕਰਦੀ ਹੈ। ਬੱਚੇ ਨੂੰ ਹਿੱਲਣ ਵਾਲੀਆਂ ਚੀਜ਼ਾਂ ਦਿਓ, ਜਲਦੀ ਚੁਸਤ ਹੋ ਜਾਵੇਗਾ। ਮਨੁੱਖ ਦੀਆਂ ਬਹੁਤੀਆਂ ਮੁਸ਼ਕਿਲਾਂ ਯਥਾਰਥ ਨਾਲ ਇਕਸੁਰ ਨਾ ਹੋਣ ਕਾਰਨ ਉਪਜਦੀਆਂ ਹਨ। ਜਿਵੇਂ ਯਥਾਰਥ ਮਿਹਨਤ ਦੀ ਮੰਗ ਕਰਦਾ ਹੈ, ਪਰ ਵਿਅਕਤੀ ਨਸ਼ੇ ਕਰਨ ਲੱਗ ਪੈਂਦਾ ਹੈ। ਵਿਹਾਰ ਸਥਿਤੀ ਅਨੁਸਾਰ ਅਤੇ ਯਥਾਰਥਕ ਨਾ ਹੋਣ ਕਾਰਨ ਮੁਸ਼ਕਿਲਾਂ ਹੀ ਉਪਜ ਸਕਦੀਆਂ ਹਨ। ਬੱਚੇ ਨੂੰ ਜੇ ਕਈ ਖਿਡੌਣਿਆਂ ਵਿੱਚੋਂ ਆਪਣੀ ਪਸੰਦ ਦਾ ਇੱਕ ਖਿਡੌਣਾ ਚੁਣਨ ਲਈ ਕਿਹਾ ਜਾਵੇ ਤਾਂ ਉਹ ਆਪਣਾ ਫੈਸਲਾ ਕਈ ਵਾਰ ਬਦਲੇਗਾ। ਇਹ ਬੱਚੇ ਦੀ ਸੋਚ ਵਿਕਸਿਤ ਨਾ ਹੋਣ ਕਾਰਨ ਵਾਪਰਦਾ ਹੈ। ਅਜੋਕੇ ਪੋਪ ਨੇ 4 ਸਦੀਆਂ ਪਹਿਲਾਂ ਚਰਚ ਨੇ ਜੋ ਦੁਰਵਿਹਾਰ ਧਰਤੀ ਨੂੰ ਗੋਲ ਦੱਸਣ ਵਾਲੇ ਤਾਰਾ ਵਿਗਿਆਨੀ ਗਲੀਲੀਓ ਨਾਲ ਕੀਤਾ ਸੀ, ਉਸ ਦੀ ਮੁਆਫ਼ੀ ਮੰਗ ਕੇ ਆਪਣੇ ਪੋਪ ਹੋਣ ਦਾ ਵੱਡਾਪਣ ਸਥਾਪਿਤ ਕੀਤਾ ਹੈ। ਜੇ ਮਨ 'ਤੇ ਬੋਝ ਹੈ, ਕੁਝ ਅਰਸਾ ਨਿਸ਼ਕਾਮ ਸੇਵਾ ਕਰੋ, ਬੋਝ ਤੋਂ ਮੁਕਤ ਹੋ ਜਾਓਗੇ। ਸੜਕ ਪਾਰ ਕਰਨ ਲਈ ਦੋਵੇਂ ਪਾਸੇ ਵੇਖੋ। ਜ਼ਿੰਦਗੀ ਵਿੱਚ ਬੜੀਆਂ ਸੜਕਾਂ ਪਾਰ ਕਰਨੀਆਂ ਪੈਣਗੀਆਂ। ਜਿਹੜਾ ਪੁਰਸ਼ ਕੁਝ ਕਮਾਉਂਦਾ ਨਹੀਂ, ਉਹ ਉਵੇਂ ਹੀ ਮਹਿਸੂਸ ਕਰਦਾ ਹੈ ਜਿਵੇਂ ਬਾਂਝ ਇਸਤਰੀ ਕਰਦੀ ਹੈ। ਜ਼ਿੰਦਗੀ ਬੜੀ ਸਖਤ ਹੈ, ਪਰ ਜੇ ਝੂਠਾ ਮਾਣ ਹੰਕਾਰ ਤਿਆਗ ਦਿੱਤਾ ਜਾਵੇ ਤਾਂ ਇਹ ਬੜੀ ਮੁਲਾਇਮ ਹੋ ਜਾਂਦੀ ਹੈ। ਬਦਲਾ ਲੈਣ ਦਾ ਵਿਚਾਰ ਉਦੋਂ ਹੀ ਉਪਜਦਾ ਹੈ ਜਦੋਂ ਵਿਸ਼ਵਾਸ ਹੁੰਦਾ ਹੈ ਕਿ ਵਧੀਕੀ ਕਰਨ ਵਾਲੇ ਨੂੰ ਕਾਨੂੰਨ ਉਸ ਦੀ ਬਣਦੀ ਸਜ਼ਾ ਨਹੀਂ ਦੇਵੇਗਾ। ਜੇ ਪ੍ਰਸ਼ਨ ਠੀਕ ਹੋਣਗੇ ਤਾਂ ਉੱਤਰ ਅਵੱਸ਼ ਮਿਲਣਗੇ। ਬਦਕਿਸਮਤੀ ਕੀ ਹੁੰਦੀ ਹੈ? 40 ਸਾਲ ਦੀ ਨੌਕਰੀ ਉਪਰੰਤ ਸੇਵਾ ਮੁਕਤੀ ਤੋਂ 1 ਮਹੀਨਾ ਪਹਿਲਾਂ ਛਾਂਟੀ ਹੋ ਜਾਣੀ। ਜਦੋਂ ਰਜਵਾੜੇ ਵਪਾਰੀ ਬਣੇ ਤਾਂ ਉਹਨਾਂ ਦੀ ਆਕੜ ਜਾਂਦੀ ਰਹੀ। ਸਜ਼ਾ ਨਾਲੋਂ ਸਜ਼ਾ ਦੀ ਧਮਕੀ ਵਧੇਰੇ ਅਸਰ ਕਰਦੀ ਹੈ। ਹੁਣ ਮਾਤਾ ਪਿਤਾ ਦੀ ਸੇਵਾ ਕਰੋ ਅਤੇ ਸਦਾ ਸੱਚ ਬੋਲੋ ਵਰਗੇ ਕਈ ਵਾਕ ਸਕੂਲਾਂ ਦੀਆਂ ਕੰਧਾਂ 'ਤੇ ਲਿਖਣ ਲਈ ਹੀ ਰਹਿ ਗਏ ਹਨ। ਜੋ ਸਜ਼ਾ ਨਹੀਂ ਦੇ ਸਕਦਾ ਉਸ ਦਾ ਭੈ ਨਹੀਂ ਹੁੰਦਾ। ਬ੍ਰਹਮਾ ਪੈਦਾ ਹੀ ਕਰਦਾ ਹੈ, ਮਾਰ ਨਹੀਂ ਸਕਦਾ। ਕੋਈ ਨਹੀਂ ਡਰਦਾ, ਕੋਈ ਪੂਜਾ ਨਹੀਂ ਕਰਦਾ, ਸ਼ਿਵ ਮਾਰਦਾ ਹੈ। ਸਭ ਤੋਂ ਵਧੇਰੇ ਮੰਦਰ ਸ਼ਿਵ ਦੇ ਹਨ। ਜੇ ਦਿਸ਼ਾ ਨਹੀਂ ਬਦਲੋਗੇ ਤਾਂ ਜਿੱਥੋਂ ਬਚਣ ਦਾ ਯਤਨ ਕਰੋਗੇ ਉੱਥੇ ਪਹੁੰਚ ਜਾਓਗੇ। ਵਾਅਦਾ ਘੱਟ ਦਾ ਕਰੋ, ਦੇਵੋ ਵਾਅਦੇ ਤੋਂ ਵੱਧ, ਦੋਵੇਂ ਪ੍ਰਸੰਨ ਹੋਵੋਗੇ। ਪ੍ਰਸਿੱਧੀ ਆਰਜੀ ਹੁੰਦੀ ਹੈ, ਗੁਮਨਾਮੀ ਸਦੀਵੀ ਹੁੰਦੀ ਹੈ। ਅਤੀਤ ਬਾਰੇ ਘੱਟ ਅਤੇ ਭਵਿੱਖ ਬਾਰੇ ਵੱਧ ਸੋਚਣਾ ਚਾਹੀਦਾ ਹੈ, ਪਰ ਅਸੀਂ ਕਰਦੇ ਅਕਸਰ ਉਲਟ ਹਾਂ। ਹਰ ਰਗੜ ਪਰੇਸ਼ਾਨ ਵੀ ਕਰਦੀ ਹੈ ਅਤੇ ਚਮਕਾਉਂਦੀ ਵੀ ਹੈ। ਉਂਝ ਕੁਝ ਵੀ ਪੁਰਾਣਾ ਨਹੀਂ ਹੁੰਦਾ। ਜੋ ਸਮੇਂ ਦੇ ਹਾਣ ਦਾ ਨਹੀਂ ਰਹਿੰਦਾ, ਉਹ ਪੁਰਾਣਾ ਅਖਵਾਉਣ ਲੱਗ ਜਾਂਦਾ ਹੈ। ਅਕਲ ਨਾਲ ਜੀਵਨ ਸੁਰੱਖਿਅਤ ਹੀ ਹੋ ਸਕਦਾ ਹੈ। ਦਿਲਚਸਪ ਇਹ ਸੁਰੱਖਿਆ ਦੇ ਤੰਗ ਘੇਰੇ ਤੋਂ ਬਾਹਰ ਹੀ ਹੋਵੇਗਾ। ਸਫਲ ਵਿਅਕਤੀ ਆਉਣ ਵਾਲੇ ਕੱਲ੍ਹ ਦੀ ਅੱਜ ਵਿਉਂਤਬੰਦੀ ਕਰਦੇ ਹਨ। ਔਸਤ ਵਿਅਕਤੀ ਅੱਜ ਦਾ ਕੰਮ ਅੱਜ ਕਰਦੇ ਹਨ। ਨਿਕੰਮੇ ਲੰਘ ਗਏ ਕੱਲ੍ਹ ਦਾ ਕੰਮ ਕਰਨ ਦੀਆਂ ਅੱਜ ਗੱਲਾਂ ਕਰਦੇ ਹਨ। ਬਹੁਤਿਆਂ ਲਈ ਅਸੰਭਵ ਉਹ ਹੁੰਦਾ ਹੈ ਜੋ ਉਹ ਕਰਨਾ ਨਹੀਂ ਚਾਹੁੰਦੇ। ਸਾਡੇ ਕੱਪੜਿਆਂ ਦੇ ਰੰਗ ਸਵੈ ਪ੍ਰਗਟਾਵੇ ਦੀ ਭਾਸ਼ਾ ਹੁੰਦੇ ਹਨ।
47 ਤੋਂ ਪਹਿਲਾਂ ਭਾਰਤੀ ਆਜ਼ਾਦ ਹੋਣ ਦੇ ਯੋਗ ਨਹੀਂ ਸਨ। ਯੋਗ ਤਾਂ ਇਹ 47 ਵਿੱਚ ਵੀ ਨਹੀਂ ਸਨ, ਕਿਉਂਕਿ 47 ਦੇ ਫਸਾਦ ਇਸ ਦਾ ਸਬੂਤ ਸਨ। ਭਰਾਵਾਂ ਦੀ ਲੜਾਈ ਹੋਰਾਂ ਨੂੰ ਦਖਲ ਦੇਣ ਲਈ ਉਕਸਾਉਂਦੀ ਹੈ। ਸਫਲ ਵਿਅਕਤੀਆਂ ਨਾਲ ਸਾੜਾ ਕਰਨ ਦੀ ਥਾਂ ਉਹਨਾਂ ਤੋਂ ਸਿੱਖਣ ਜਾਣਨ ਵਿੱਚ ਵਧੇਰੇ ਲਾਭ ਹੁੰਦਾ ਹੈ। ਚੰਗੇ ਬੰਦਿਆਂ ਬਾਰੇ ਗੱਪਾਂ ਨਹੀਂ ਮਾਰੀਆਂ ਜਾ ਸਕਦੀਆਂ। ਪ੍ਰਸੰਨ ਪਰਿਵਾਰ ਬਾਰੇ ਫਿਲਮ ਨਹੀਂ ਬਣਾਈ ਜਾ ਸਕਦੀ। ਸੁਖੀ ਜੋੜੇ ਬਾਰੇ ਨਾਵਲ ਨਹੀਂ ਲਿਖਿਆ ਜਾ ਸਕਦਾ। ਚੰਗੇ ਸਮਿਆਂ ਦਾ ਇਤਿਹਾਸ ਨਹੀਂ ਹੁੰਦਾ। ਜੇ ਕੋਈ ਹਾਕਮ ਨਲਾਇਕ ਵੀ ਹੋਵੇ ਅਤੇ ਨਿਤ ਨਵੇਂ ਫੈਸ਼ਨ ਵੀ ਕਰੇ ਤਾਂ ਲੋਕ ਉਸ ਨੂੰ ਬੱਟੇ ਵੀ ਮਾਰਦੇ ਹਨ। ਲੋੜ ਨਾਲੋਂ ਵਧੇਰੇ ਸਜ਼ਾ ਬਦਲੇ ਦੀ ਭਾਵਨਾ ਉਪਜਾਉਂਦੀ ਹੈ। ਲੋੜ ਨਾਲੋਂ ਘੱਟ ਸਜ਼ਾ ਦਾ ਅਸਰ ਹੀ ਨਹੀਂ ਹੁੰਦਾ। ਇੱਕੋ ਵੇਲੇ ਸੋਚਣਾ ਅਤੇ ਲੜਨਾ ਸੰਭਵ ਨਹੀਂ ਹੁੰਦਾ। ਇਸੇ ਕਰਕੇ ਸੋਚਣ ਵਾਲੇ ਲੜਦੇ ਨਹੀਂ ਅਤੇ ਲੜਨ ਵਾਲੇ ਸੋਚਦੇ ਨਹੀਂ। ਸਾਹ ਲੈਣ ਵਾਲੇ ਕੱਪੜੇ ਪਾਓ, ਸੂਤੀ ਕੱਪੜੇ ਸਾਹ ਲੈਂਦੇ ਹਨ। ਪਿੰਡਾਂ ਵਿੱਚ ਗਰੀਬਾਂ ਦੇ ਨਾਂ ਟੁੱਟ ਕੇ ਅੱਧੇ ਹੀ ਰਹਿ ਜਾਂਦੇ ਹਨ। ਜੇ ਕੋਈ ਕੰਧ ਨਾਲ ਸਿਰ ਮਾਰੇਗਾ ਤਾਂ ਕੰਧ ਆਪਣੇ ਕੰਧ ਹੋਣ ਦਾ ਪੱਕਾ ਸਬੂਤ ਦੇਵੇਗੀ। ਉਹ ਸੋਹਣਾ ਹੋਵੇ, ਕੋਝਾ ਹੋਵੇ, ਸ਼ਰਾਬੀ ਹੋਵੇ, ਪਾਗਲ ਹੋਵੇ, ਇਹਨਾਂ ਗੱਲਾਂ ਵਿੱਚ ਕੰਧ ਦੀ ਕੋਈ ਦਿਲਚਸਪੀ ਨਹੀਂ ਹੁੰਦੀ। ਅੱਖਾਂ ਬੰਦ ਕਰਕੇ ਕਿਸੇ ਦਾ ਹੁਕਮ ਮੰਨਣਾ ਸੰਭਵ ਨਹੀਂ ਹੁੰਦਾ, ਪਰ ਕਈ ਪਤੀ ਇਹ ਸੰਭਵ ਕਰ ਵਿਖਾਉਂਦੇ ਹਨ। ਫਿਲਮਾਂ ਵਿੱਚ ਯਥਾਰਥ ਦੇ ਕੋਈ ਅਰਥ ਨਹੀਂ ਹੁੰਦੇ। ਫਿਲਮਾਂ ਵਿੱਚ ਸੁਪਨੇ ਵਿਖਾਏ ਜਾਂਦੇ ਹਨ, ਭਰਮ ਪਰੋਸੇ ਜਾਂਦੇ ਹਨ। ਚੰਗਾ ਵਿਹਾਰ, ਚੰਗੀ ਬੋਲਬਾਣੀ, ਚੰਗੀ ਸਿਹਤ ਹਮੇਸ਼ਾ ਚੰਗੀ ਪਰਵਰਿਸ਼ ਅਤੇ ਚੰਗੇ ਪਰਿਵਾਰ ਦਾ ਲੱਛਣ ਹੁੰਦੀ ਹੈ। ਜੇ ਤੁਸੀਂ ਬੋਲਣ ਵਿੱਚ ਵਿਆਕਰਨ ਦੀ ਉਲੰਘਣਾ ਕਰੋਗੇ ਤਾਂ ਲੋਕ ਤੁਹਾਡੇ ਬਾਰੇ ਠੀਕ ਅਨੁਮਾਨ ਹੀ ਲਾਉਣਗੇ। ਤੈਨੂੰ ਸਮੁੰਦਰ ਦੇ ਕੰਢੇ ਇਕੱਲਿਆਂ ਡਰ ਨਹੀਂ ਲੱਗਦਾ। ਡਰ ਕੀ ਹੁੰਦਾ ਹੈ? ਮੀਂਹ ਭਰੇ ਸਮੁੰਦਰਾਂ ਤੇ ਪੈਂਦੇ ਹਨ। ਹੌਂਕੇ ਲੈਣ ਵਾਲੇ ਸੁੱਕੇ ਮਾਰੂਥਲਾਂ ਤੇ ਨਹੀਂ। ਨਿੱਘੇ ਘਰਾਂ ਵਿੱਚ ਚੀਜ਼ਾਂ ਬੇਤਰਤੀਬੀਆਂ ਪਈਆਂ ਹੁੰਦੀਆਂ ਹਨ, ਕਿਉਂਕਿ ਕਿਸੇ ਨੂੰ ਕੋਈ ਰੋਕਦਾ ਟੋਕਦਾ ਨਹੀਂ। ਗਰੀਬਾਂ ਦਾ ਜਿਉਣਾ ਮੁਸ਼ਕਿਲ ਹੁੰਦਾ ਹੈ, ਮਰਨਾ ਹੋਰ ਵੀ ਮੁਸ਼ਕਿਲ ਹੁੰਦਾ ਹੈ। ਜੋ ਕੁਝ ਸੋਚਿਆ ਜਾ ਸਕਦਾ ਹੈ ਉਹ ਸੰਭਵ ਵੀ ਹੋ ਸਕਦਾ ਹੈ। ਪਹਿਲਾਂ ਗਾਹਕ ਦੁਕਾਨਦਾਰ ਨੂੰ ਕੀਮਤ ਘਟਾਉਣ ਲਈ ਕਹਿੰਦੇ ਸਨ। ਹੁਣ ਉਲਟ ਅਮਲ ਚੱਲ ਰਿਹਾ ਹੈ। ਦੁਕਾਨਦਾਰ ਆਪ ਹੀ ਕੀਮਤਾਂ ਘਟਾ ਕੇ ਇਸ਼ਤਿਹਾਰਾਂ ਰਾਹੀਂ ਗਾਹਕਾਂ ਨੂੰ ਆਵਾਜ਼ਾਂ ਮਾਰਦੇ ਹਨ। ਅੱਜ ਚੰਗੀਆਂ ਲੱਗਣ ਵਾਲੀਆਂ ਚੀਜ਼ਾਂ ਮਗਰੋਂ ਆਉਣ ਵਾਲੇ ਨਵੇਂ ਡਿਜ਼ਾਈਨਾਂ ਸਾਹਮਣੇ ਹਾਸੋਹੀਣੀਆਂ ਲੱਗਣਗੀਆਂ। ਗੂੰਜ ਆਵਾਜ਼ ਦਾ ਗਹਿਣਾ ਹੁੰਦੀ ਹੈ। ਹਰ ਪੁੱਤਰ ਦਾ ਪਿਤਾ ਉਸ ਦਾ ਸਮਕਾਲੀ ਵੀ ਹੁੰਦਾ ਹੈ ਅਤੇ ਅਤੀਤ ਵੀ। ਹੁਣ ਬਹੁਤ ਕੁਝ ਅਜਿਹਾ ਵਾਪਰਨ ਲੱਗ ਪਿਆ ਹੈ ਜਿਹੜਾ ਪਹਿਲਾਂ ਕਦੇ ਵਾਪਰਨ ਬਾਰੇ ਸੋਚਿਆ ਨਹੀਂ ਸੀ ਜਾ ਸਕਦਾ। ਕੋਈ ਮੰਗਿਆ ਕਿਸੇ ਹੋਰ ਨਾਲ ਹੁੰਦਾ ਹੈ, ਪ੍ਰੇਮੀ ਕਿਸੇ ਹੋਰ ਦਾ ਹੁੰਦਾ ਹੈ, ਵਿਆਹ ਕਿਸੇ ਹੋਰ ਨਾਲ ਕਰਦਾ ਹੈ, ਉਧਾਲਦਾ ਕਿਸੇ ਹੋਰ ਨੂੰ ਹੈ। ਪੈਰਿਸ ਦਾ ਇਹ ਗੁਣ ਹੈ ਕਿ ਇੱਥੇ ਸਭ ਕੁਝ ਮਿਲਦਾ ਅਤੇ ਸਭ ਕੁਝ ਹੁੰਦਾ ਹੈ। ਦੋਸਤੀ ਦੁਸ਼ਮਣੀ ਦਾ ਸੰਬੰਧ ਜਿਉਂਦੇ ਸੰਸਾਰ ਨਾਲ ਹੁੰਦਾ ਹੈ। ਅਣਜੰਮੇ ਨਾਲ ਦੋਸਤੀ ਸੰਭਵ ਨਹੀਂ ਹੁੰਦੀ। ਮਰੇ ਬੰਦੇ ਨਾਲ ਦੁਸ਼ਮਣੀ ਨਹੀਂ ਕੀਤੀ ਜਾਂਦੀ। ਭਾਰਤ ਦੀਆਂ ਹਜ਼ਾਰਾਂ ਸਮੱਸਿਆਵਾਂ ਹਨ ਅਤੇ ਲੱਖਾਂ ਹੱਲ ਹਨ। ਭਾਰਤ ਦੀ ਅਜੋਕੇ ਸਮੇਂ ਵਿੱਚ ਸਭ ਤੋਂ ਵੱਡੀ ਲੋੜ ਯੋਗ ਆਗੂਆਂ ਦੀ ਹੈ। ਜੇ ਨਾ ਹੋਵੇਗਾ ਤਾਂ ਉਹ ਚੀਜ਼ ਵੀ ਹੋਵੇਗੀ। ਨਾਂ ਅਤੇ ਵਸਤ ਇੱਕ ਦੂਜੇ ਦੀ ਹੋਂਦ ਨਿਰਧਾਰਤ ਕਰਦੇ ਹਨ। ਜਿਹੜੇ ਸੋਚਦੇ ਹਨ ਕਿ ਪੈਸਾ ਕੇਵਲ ਖਰਚਣ ਲਈ ਹੀ ਹੁੰਦਾ ਹੈ, ਉਹ ਅਮੀਰ ਹੁੰਦੇ ਨਹੀਂ, ਪਰ ਉਹ ਰਹਿੰਦੇ ਖਰਚਦੇ ਅਮੀਰਾਂ ਵਾਂਗ ਹਨ। ਸੋ ਉਹ ਜਲਦੀ ਗਰੀਬ ਹੋ ਜਾਂਦੇ ਹਨ। ਇਹ ਉਹਨਾਂ ਦੀ ਵਿਗੜੀ ਸੋਚ ਦੀ ਕੀਮਤ ਹੁੰਦੀ ਹੈ। ਜੇ ਪ੍ਰਸ਼ਨ ਸਹੀ ਹੋਵੇ ਤਾਂ ਉੱਤਰ ਵੀ ਸੰਭਵ ਹੁੰਦਾ ਹੈ।
ਜੇ ਪੁੱਛਿਆ ਜਾਵੇ ਕਿ 23ਵੀਂ ਸਦੀ ਦੇ ਆਰੰਭ ਹੋਣ ਵਿੱਚ ਕਿਤਨੇ ਘੰਟੇ ਰਹਿ ਗਏ ਹਨ, ਕੋਈ ਨਹੀਂ ਜਾਣਦਾ, ਪਰ ਅਸੀਂ ਜਾਣਦੇ ਹਾਂ ਕਿ ਜਾਣਿਆ ਜਾ ਸਕਦਾ ਹੈ। ਅਸੀਂ ਜਾਣਨ ਦਾ ਢੰਗ ਵੀ ਜਾਣਦੇ ਹੁੰਦੇ ਹਾਂ, ਸੋ ਉੱਤਰ ਸੰਭਵ ਹੈ। ਜਿਨ੍ਹਾਂ ਪ੍ਰਸ਼ਨਾਂ ਦੇ ਉੱਤਰ ਤਰਕ ਨਾਲ ਦਿੱਤੇ ਜਾ ਸਕਦੇ ਹਨ, ਉਹਨਾਂ ਸੰਬੰਧੀ ਰੌਲਾ ਨਹੀਂ ਪੈਂਦਾ। ਰੌਲਾ ਤਰਕਹੀਣਤਾ ਕਾਰਨ ਪੈਂਦਾ ਹੈ। ਹਰ ਗੁੰਝਲਦਾਰ ਰੂਪ ਸਰਲ ਭਾਗਾਂ ਦਾ ਜੋੜ ਮੇਲ ਹੁੰਦਾ ਹੈ। ਜਿਹੜੀ ਟੈਕਨੋਲੋਜੀ ਵਧੇਗੀ, ਉਤਨੀ ਹੀ ਲੋਕਾਂ ਦੀ ਉਹਨਾਂ ਚੀਜ਼ਾਂ ਵਿੱਚ ਦਿਲਚਸਪੀ ਵਧੇਗੀ ਜਿਹੜੀਆਂ ਟੈਕਨੋਲੋਜੀ ਨਾਲ ਨਹੀਂ, ਮਨੁੱਖੀ ਹੱਥਾਂ ਨਾਲ ਸਿਰਜੀਆਂ ਉਪਜਾਈਆਂ ਗਈਆਂ ਹੋਣਗੀਆਂ। ਜਿਤਨੀ ਟੈਕਨੋਲੋਜੀ ਵਧੇਗੀ, ਉਤਨੀ ਹੀ ਲੋਕਾਂ ਦੀ ਉਹਨਾਂ ਚੀਜ਼ਾਂ ਵਿੱਚ ਦਿਲਚਸਪੀ ਵਧੇਗੀ ਜਿਹੜੀਆਂ ਟੈਕਨੋਲੋਜੀ ਨਾਲ ਨਹੀਂ, ਮਨੁੱਖੀ ਹੱਥਾਂ ਨਾਲ ਸਿਰਜੀਆਂ ਉਪਜਾਈਆਂ ਗਈਆਂ ਹੋਣਗੀਆਂ। ਕਈਆਂ ਵਿੱਚ ਝਗੜੇ ਉਪਜਾਉਣ, ਲਾਪਰਵਾਹੀ ਕਰਨ, ਗੈਰ ਜ਼ਿੰਮੇਵਾਰ ਹੋਣ ਦੀ ਹੀ ਸਮਰੱਥਾ ਹੁੰਦੀ ਹੈ। ਇਹਨਾਂ ਦੇ ਭਵਿੱਖ ਬਾਰੇ ਕੋਈ ਸ਼ੱਕ ਨਹੀਂ ਹੁੰਦਾ। ਹਾਸ ਰਸ ਉਹਨਾਂ ਵਿੱਚ ਹੁੰਦਾ ਹੈ ਜਿਹੜੇ ਜਾਣਦੇ ਹੁੰਦੇ ਹਨ ਕਿ ਸੰਸਾਰ ਉਹਨਾਂ ਤੋਂ ਬਿਨਾਂ ਵੀ ਚੱਲੇਗਾ। ਇਹ ਅੱਕਦੇ ਨਹੀਂ, ਇਹ ਥਕਾਉਂਦੇ ਨਹੀਂ। ਇੱਕ ਸੰਸਾਰ ਨਾਵਲ ਵਿੱਚ ਹੁੰਦਾ ਹੈ। ਨਾਵਲ ਦੇ ਬਾਹਰ ਵੀ ਇੱਕ ਸੰਸਾਰ ਹੁੰਦਾ ਹੈ ਜਿਸ ਵਿੱਚ ਉਸ ਨਾਵਲ ਦੇ ਪ੍ਰਵਾਨ ਹੋਣਾ ਹੁੰਦਾ ਹੈ। ਜਿਹੜਾ ਦਿਨ ਵਿੱਚ ਕਈ ਵਾਰ ਲਿਬਾਸ ਬਦਲਦਾ ਹੈ, ਲੋਕ ਉਸ ਨੂੰ ਵੇਖਦੇ ਹੀ ਹਨ, ਸੁਣਦੇ ਮੰਨਦੇ ਨਹੀਂ, ਸਿਆਣਾ ਨਹੀਂ ਸਮਝਦੇ। ਸਾਨੂੰ ਆਪਣੇ ਆਪ ਬਾਰੇ ਸੋਝੀ ਹੋਰਾਂ ਤੋਂ ਮਿਲਦੀ ਹੈ। ਜਦੋਂ ਮਨੁੱਖ ਸ਼ਾਂਤ ਅਤੇ ਚੁੱਪ ਹੁੰਦਾ ਹੈ ਤਾਂ ਲੱਗਦਾ ਉਹ ਭਾਵੇਂ ਚੁੱਪ ਹੈ, ਪਰ ਉਸ ਦੇ ਅੰਦਰ ਬੋਲਣ ਸੁਣਨ ਦਾ ਕਾਰਜ ਜਾਰੀ ਰਹਿੰਦਾ ਹੈ। ਯੁੱਧ ਦੌਰਾਨ ਬੁੱਢੇ ਵਧੇਰੇ ਬੁੱਢੇ ਦਿਸਣ ਲੱਗ ਪੈਂਦੇ ਹਨ। ਯੁੱਧ ਵਿੱਚ ਜਵਾਨਾਂ ਦੀਆਂ ਮੌਤਾਂ ਹਰ ਕਿਸੇ ਨੂੰ ਥਕਾ ਦਿੰਦੀਆਂ ਹਨ। ਭੈੜੇ ਡਿਜ਼ਾਈਨ ਵਾਲੀਆਂ ਮਸ਼ੀਨਾਂ ਅਕਸਰ ਖਰਾਬ ਰਹਿੰਦੀਆਂ ਹਨ। ਹੁਣ ਵੱਡਾ ਲੇਖਕ ਉਸ ਨੂੰ ਮੰਨਿਆ ਜਾਂਦਾ ਹੈ ਜਿਸ ਦੀ ਕਿਤਾਬ 'ਤੇ ਪਾਬੰਦੀ ਲੱਗੇ, ਫਤਵਾ ਜਾਰੀ ਹੋਵੇ, ਉਸ ਦੇ ਖਿਲਾਫ ਇਸ਼ਤਿਹਾਰ ਲੱਗਣ। ਸਤਿ ਸ਼੍ਰੀ ਅਕਾਲ, ਨਮਸਕਾਰ, ਨਮਸਤੇ, ਆਦਾਬ ਆਦਿ ਸ਼ਬਦ ਗੱਲਬਾਤ ਦਾ ਡਾਟ ਖੋਲ੍ਹਣ ਲਈ ਬੋਲੇ ਜਾਂਦੇ ਹਨ। ਲੇਖਕ ਦਾ ਜੀਵਨ ਉਸ ਦੀਆਂ ਲਿਖਤਾਂ ਵਿੱਚੋਂ ਝਾਤੀਆਂ ਮਾਰਦਾ ਹੈ। ਪਰੇਸ਼ਾਨ ਹੋ? ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਕਿ ਪਰੇਸ਼ਾਨੀ ਜ਼ਿੰਦਗੀ ਦਾ ਇੱਕ ਲਾਜ਼ਮੀ ਅਤੇ ਮਹੱਤਵਪੂਰਨ ਭਾਗ ਹੁੰਦੀ ਹੈ। ਜਿਹੜੀ ਪਤਨੀ ਆਪਣੇ ਪਤੀ ਨੂੰ ਅੰਦਰੋਂ ਬਾਹਰੋਂ ਜਾਣਦੀ ਹੁੰਦੀ ਹੈ, ਉਹ ਸਤੀ ਨਹੀਂ ਹੁੰਦੀ। ਉਹ ਕਰਵਾ ਚੌਥ ਦਾ ਵਰਤ ਵੀ ਨਹੀਂ ਰੱਖਦੀ। ਰੁੱਸੇ ਹੋਏ ਪਤੀ ਪਤਨੀ ਇੱਕ ਦੂਜੇ ਨੂੰ ਸਿਆਣਾ ਨਹੀਂ ਸਮਝਦੇ। ਉਹ ਇੱਕ ਦੂਜੇ ਦੇ ਗੁਣ ਨਹੀਂ ਵੇਖਦੇ, ਔਗਣ ਹੀ ਵੇਖ ਸਕਦੇ ਹਨ। ਸੁੱਖ ਵਿੱਚ ਸਵੇਰੇ ਉੱਠਣਾ ਕਠਿਨ ਹੁੰਦਾ ਹੈ, ਦੁੱਖ ਵਿੱਚ ਰਾਤੀ ਸੌਣਾ ਮੁਸ਼ਕਲ ਹੁੰਦਾ ਹੈ। ਅਜੋਕੇ ਬਹੁਤੇ ਵਿਦਿਆਰਥੀ ਪੜ੍ਹਦੇ ਬਿਲਕੁਲ ਨਹੀਂ। ਕਿਸੇ ਕਿਤਾਬ ਦੀ ਗੱਲ ਕਰੋ, ਘੂਰ ਕੇ ਵੇਖਣਗੇ, ਪਰ ਰਾਤੋਂ ਰਾਤ ਪ੍ਰਸਿੱਧ ਹੋਣਾ ਚਾਹੁੰਦੇ ਹਨ। ਫਿਰ ਇਹੀ ਪਤਾ ਲੱਗਦਾ ਹੈ ਕਿ ਡਿਪਰੈਸ਼ਨ ਹੋ ਗਿਆ ਹੈ। ਕਲਾ ਦੇ ਖੇਤਰ ਵਿੱਚ ਕਿਸਮਤ ਦਾ ਅਕਸਰ ਕੋਈ ਰੋਲ ਨਹੀਂ ਹੁੰਦਾ। ਇਸ ਖੇਤਰ ਵਿੱਚ ਮਿਹਨਤ ਤੋਂ ਬਿਨਾਂ ਕੁਝ ਨਹੀਂ ਵਾਪਰਦਾ। ਫਿਲਮ ਜਗਤ ਵਿੱਚ ਅਸਫਲਤਾ ਬੜੀ ਵਿਆਪਕ ਹੈ। ਅਸਫਲਤਾ ਕਾਰਨ ਉੱਥੇ ਆਤਮਘਾਤ ਕਰਨ ਦੀਆਂ ਸਾਰੀਆਂ ਸਹੂਲਤਾਂ ਹੁੰਦੀਆਂ ਹਨ, ਪਰ ਉੱਥੇ ਆਤਮਘਾਤ ਨੂੰ ਮੁਲਤਵੀ ਕਰਨ ਦਾ ਰਿਵਾਜ ਹੈ। ਨਾਵਲ ਵਿਚਲੇ ਪਾਤਰਾਂ ਲਈ ਨਾਂ ਚੁਣਨੇ ਬੜਾ ਵੱਡਾ ਕੰਮ ਹੁੰਦਾ ਹੈ। ਭਾਰਤ ਵਿੱਚ ਅਸਲੀ ਧਰਮ ਨਿਰਪੇਖਤਾ, ਬਰਾਬਰੀ, ਭਰਾਤਰੀ ਭਾਵ, ਸੁਤੰਤਰਤਾ, ਸਹਿਯੋਗ ਅਤੇ ਹਮਦਰਦੀ ਦੇਸੀ ਸ਼ਰਾਬ ਦੇ ਠੇਕੇ 'ਤੇ ਹੁੰਦੀ ਹੈ। ਦੋਸਤ ਤੁਹਾਡੀ ਹਰ ਗੱਲ ਸਮਝਦਾ ਹੈ। ਨਾ ਉਹ ਅੱਗੇ ਲੰਘਣ ਦਾ ਯਤਨ ਕਰਦਾ ਹੈ, ਨਾ ਉਹ ਤੁਹਾਡੇ ਪਿੱਛੇ ਤੁਰਦਾ ਹੈ। ਲੇਖਕ ਨਾਲ ਜੋ ਵਾਪਰਦਾ ਹੈ ਉਹ ਕਦੇ ਨਾ ਕਦੇ ਉਸ ਦੀ ਲਿਖਤ ਵਿੱਚ ਆ ਜਾਂਦਾ ਹੈ, ਪਰ ਜੋ ਗੱਲ ਉਸ ਦੀ ਕੇਵਲ ਸੋਚ ਵਿੱਚ ਹੁੰਦੀ ਹੈ, ਲਿਖਣ ਵੇਲੇ ਉਹ ਬਦਲ ਜਾਂਦੀ ਹੈ। ਕਵੀ ਪੰਕਤੀਆਂ ਵਿੱਚ ਸੋਚਦਾ ਹੈ, ਨਾਵਲਕਾਰ ਪੈਰਿਆਂ ਵਿੱਚ, ਵਾਰਤਕਾਰ ਵਾਕਾਂ ਵਿੱਚ, ਨਾਟਕਕਾਰ ਵਾਰਤਾਲਾਪ ਵਿੱਚ,
ਸੰਗੀਤਕਾਰ ਧੁਨਾਂ ਵਿੱਚ, ਚਿੱਤਰਕਾਰ ਰੰਗਾਂ ਵਿੱਚ, ਆਗੂ ਵਿਕਾਸ ਵਿੱਚ, ਇਸਤਰੀ ਸ਼ਿੰਗਾਰ ਵਿੱਚ ਸੋਚਦੀ ਹੈ। ਕੇਵਲ ਪ੍ਰੇਮ ਪੱਤਰ ਹੁੰਦੇ ਹਨ ਜਿਨ੍ਹਾਂ ਨੂੰ ਪੜ੍ਹਨ ਲਈ ਸਾਹਮਣੇ ਪਿਆ ਖਾਣਾ ਅਣਡਿੱਠ ਕੀਤਾ ਜਾਂਦਾ ਹੈ। ਆਪਣੀਆਂ ਰਚਨਾਵਾਂ ਬਾਰੇ ਲੇਖਕ ਦੀ ਰਾਏ ਉੱਚੀ ਨੀਵੀਂ ਹੁੰਦੀ ਰਹਿੰਦੀ ਹੈ। ਜਾਂ ਜੀਵਨ ਸੁਖੀ ਹੋ ਸਕਦਾ ਹੈ ਜਾਂ ਦਿਲਚਸਪ ਹੋ ਸਕਦਾ ਹੈ। ਇੱਕੋ ਵੇਲੇ ਸੁਖੀ ਅਤੇ ਦਿਲਚਸਪ ਦੋਹਾਂ ਦਾ ਹੋਣਾ ਸੰਭਵ ਨਹੀਂ ਹੁੰਦਾ। ਫਰਾਂਸ ਵਿੱਚ ਇਸਤਰੀਆਂ ਪਤਨੀਆਂ ਨਹੀਂ ਪ੍ਰੇਮਿਕਾਵਾਂ ਬਣਨਾ ਪਸੰਦ ਕਰਦੀਆਂ ਹਨ, ਕਿਉਂਕਿ ਪਿਆਰ ਵਿੱਚ ਇਸਤਰੀ ਦੇ ਅਧਿਕਾਰ ਵਧੇਰੇ ਹੁੰਦੇ ਹਨ ਅਤੇ ਬੱਚੇ ਪਾਲ ਕੇ ਪਰਿਵਾਰ ਉਸਾਰਨ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਜਿਹੜੀਆਂ ਇਸਤਰੀਆਂ ਜਲਦੀ ਸਮਰਪਣ ਕਰ ਦਿੰਦੀਆਂ ਹਨ ਉਹ ਪੁਰਸ਼ਾਂ ਦਾ ਸਤਿਕਾਰ ਗੁਆ ਲੈਂਦੀਆਂ ਹਨ ਅਤੇ ਸੌਖੀ ਜਿੱਤ ਬਣ ਜਾਂਦੀਆਂ ਹਨ। ਸੌਖੀਆਂ ਜਿੱਤਾਂ ਦਾ ਸਤਿਕਾਰ ਨਹੀਂ ਹੁੰਦਾ। ਸਾਡੇ ਦੇਸ਼ ਵਿੱਚ ਯਤੀਮ ਬੱਚੇ ਮੰਗਤੇ ਬਣ ਕੇ ਰਹਿ ਜਾਂਦੇ ਹਨ। ਯੂਰਪ ਵਿੱਚ ਉਹ ਆਜ਼ਾਦ ਹੋਣ ਕਰਕੇ ਉਪਜੀਵਿਕਾ ਕਮਾਉਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਕੇ ਸੰਘਰਸ਼ ਕਰਦਿਆਂ ਵਿਕਾਸ ਵੀ ਕਰਦੇ ਹਨ। ਕੋਲੰਬਸ ਨੂੰ ਚੱਲਣ ਵੇਲੇ ਪਤਾ ਨਹੀਂ ਸੀ ਕਿੱਥੇ ਜਾਣਾ ਹੈ, ਜਦੋਂ ਪਹੁੰਚਿਆ ਤਾਂ ਪਤਾ ਨਹੀਂ ਸੀ ਕਿੱਥੇ ਪਹੁੰਚਿਆ ਹੈ, ਜਦੋਂ ਮੁੜਿਆ ਤਾਂ ਪਤਾ ਨਹੀਂ ਸੀ ਕਿ ਕਿੱਥੋਂ ਮੁੜਿਆ ਹੈ। ਲੰਮਾ ਪਿਆਰ ਅਕਸਰ ਸੁਹਿਰਦ ਪ੍ਰੇਮੀਆਂ ਵਿੱਚ ਹੀ ਹੁੰਦਾ ਹੈ। ਇਹ ਪਿਆਰ ਦੇ ਰਿਸ਼ਤੇ ਦਾ ਸਤਿਕਾਰ ਵਾਲਾ ਰੂਪ ਬਣ ਜਾਣਾ ਹੁੰਦਾ ਹੈ। ਦੋਹਾਂ ਦਾ ਵਿਆਹ ਕਿਧਰੇ ਹੋਵੇ, ਪਿਆਰ ਬਣਿਆ ਰਹਿੰਦਾ ਹੈ। ਜੇ ਤੁਹਾਡਾ ਸ਼ਾਗਿਰਦ ਚੰਗਾ ਸ਼ਾਗਿਰਦ ਸਾਬਤ ਨਹੀਂ ਹੋਇਆ ਤਾਂ ਤੁਹਾਨੂੰ ਭੈੜਾ ਉਸਤਾਦ ਸਾਬਤ ਨਹੀਂ ਹੋਣਾ ਚਾਹੀਦਾ। ਪਿਆਰ ਵਿੱਚ ਇਹ ਭਰਮ ਉਪਜਦਾ ਹੈ ਕਿ ਮੇਰੀਆਂ ਸਾਰੀਆਂ ਲੋੜਾਂ ਇੱਕ ਹੀ ਵਿਅਕਤੀ ਪੂਰੀਆਂ ਕਰ ਸਕਦਾ ਹੈ। ਇਸਤਰੀ ਪੁਰਸ਼ ਦੋਵੇਂ ਰਲ ਕੇ ਸੰਸਾਰ ਵਿੱਚ ਸਫਲ ਹੁੰਦੇ ਹਨ। ਇਕੱਲੇ ਪੁਰਸ਼ ਦਾ ਮੁੱਲ ਨਹੀਂ ਪੈਂਦਾ, ਇਕੱਲੀ ਇਸਤਰੀ ਦਾ ਸਤਿਕਾਰ ਨਹੀਂ ਹੁੰਦਾ। ਯੂਰਪ ਵਿੱਚ ਸੋਹਣੀਆਂ ਮੁਟਿਆਰਾਂ ਦੀ ਸਿਆਣਪ ਉਹਨਾਂ ਦੇ ਵਿਆਹ ਦੇ ਫੈਸਲੇ ਵਿੱਚੋਂ ਵੇਖੀ ਜਾਂਦੀ ਹੈ। ਪਿਆਰੇ ਦਾ ਕੇਵਲ ਪਿਆਰ ਹੈ ਜਿਹੜਾ ਇਸਤਰੀ ਸਦਾ ਲਈ ਚਾਹੁੰਦੀ ਹੈ। ਕੋਈ ਹੋਰ ਗੱਲ ਉਹ ਸਦੀਵੀ ਵਿਸ਼ੇਸ਼ਣ ਨਾਲ ਸੁਣਨੀ ਵੀ ਪਸੰਦ ਨਹੀਂ ਕਰਦੀ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।